हेलो माय डियर स्टूडेंट्स ऑफ 10th क्लास। बेटा जी कल मैं ਤੁਹਾਡੇ ਨਾਲ 10ਵੀਂ ਜਮਾਤ ਦੀ 141ਵੀਂ ਅਸਾਈਨਮੈਂਟ ਡਿਸਕਸ ਕੀਤੀ ਸੀ। ਅੱਜ ਮੈਂ ਕਰਨਾ ਜਾ ਰਹੀ ਹਾਂ ਤੁਹਾਡੇ ਨਾਲ 142nd ਅਸਾਈਨਮੈਂਟ ਡਿਸਕਸ। ਬਹੁਤ ਇੰਪੋਰਟੈਂਟ ਚੈਪਟਰ ਚੱਲ ਰਿਹਾ ਹੈ ਤੇਜ਼ਾਬ, ਖਾਰ ਅਤੇ ਲੂਣ। ਬੇਟਾ ਜੀ ਮੈਟਲਸ ਐਂਡ ਨਾਨ ਮੈਟਲ ਚੈਪਟਰ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ। ਤੇਜ਼ਾਬ, ਖਾਰ ਅਤੇ ਲੂਣ ਵੀ ਮੈਂ ਜਲਦੀ ਤੁਹਾਡੇ ਨਾਲ ਡਿਸਕਸ ਕਰਨਾ ਸ਼ੁਰੂ ਕਰਾਂਗੀ, ਪਰ ਨਾਲ ਦੇ ਨਾਲ ਮੈਂ ਤੁਹਾਡੀਆਂ ਅਸਾਈਨਮੈਂਟਸ ਡੇਲੀ ਕਵਰ ਕਰ ਰਹੀ ਹਾਂ। ਸੋ ਪਲੀਜ਼ ਇਹ 4-5 ਕੁਐਸਚਨ ਤੁਸੀਂ ਜੇ ਡੇਲੀ ਯਾਦ ਕਰੋਗੇ ਤਾਂ ਤੁਹਾਨੂੰ ਕਿਸੇ ਵੀ ਟੈਸਟ 'ਚ, ਫਾਈਨਲ ਪੇਪਰ 'ਚ, ਪਾਸ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਲੈਟ ਅਸ ਡਿਸਕਸ ਵਿਦ ਆਰ ਫਸਟ ਕੁਐਸਚਨ। ਖੁਸ਼ਕ HCl ਗੈਸ ਖੁਸ਼ਕ ਲਿਟਮਸ ਪੇਪਰ ਤੇ ਰੰਗ ਕਿਉਂ ਨਹੀਂ ਬਦਲਦੀ? ਬੇਟਾ ਜੀ ਇੱਥੇ ਬਹੁਤ ਇੰਪੋਰਟੈਂਟ ਚੀਜ਼ ਹੈ ਖੁਸ਼ਕ, ਕਿਉਂਕਿ ਖੁਸ਼ਕ HCl ਗੈਸ ਪਾਣੀ ਤੋਂ ਬਿਨਾਂ ਹਾਈਡਰੋਜਨ ਆਇਨ ਪੈਦਾ ਨਹੀਂ ਕਰ ਸਕਦੀ। ਬੇਟਾ ਜੀ ਤੁਹਾਨੂੰ ਪਤਾ ਕਿ ਹਾਈਡਰੋਜਨ ਆਇਨ ਹੀ ਜਿਹੜਾ ਹੈ ਉਹ ਤੇਜ਼ਾਬੀਕਰਨ ਦਾ ਜਿਹੜਾ ਹੈ ਉਹਦੇ ਕਰਕੇ ਹੀ ਤੇਜ਼ਾਬੀਕਰਨ ਜਿਹੜਾ ਗੁਣ ਹੈ ਉਹ ਪੈਦਾ ਹੁੰਦਾ ਹੈ। ਜਦੋਂ HCl ਗੈਸ ਖੁਸ਼ਕ ਹੈ ਤਾਂ ਉਹ ਕੀ ਕਰੇਗੀ? ਆਇਨਸ 'ਚ ਨਹੀਂ ਟੁੱਟੇਗੀ, ਜਿਹਦੇ ਕਰਕੇ ਹਾਈਡਰੋਜਨ ਆਇਨ ਨਹੀਂ ਪੈਦਾ ਹੋਣਗੇ, ਜਿਹਦੇ ਕਰਕੇ ਤੇਜ਼ਾਬ ਜਿਹੜਾ ਹੈ, ਇਸ ਲਈ ਇਹ ਪਾਣੀ ਤੋਂ ਬਿਨਾਂ ਤੇਜ਼ਾਬ ਵਾਂਗ ਵਿਵਹਾਰ ਨਹੀਂ ਕਰਦੀ। ਤੇਜ਼ਾਬ ਵਾਂਗ ਵਿਵਹਾਰ ਇਸ ਲਈ ਨਹੀਂ ਕਰਦੀ ਕਿਉਂਕਿ ਤੇਜ਼ਾਬ ਕਿਉਂ ਹੁੰਦਾ? ਤੇਜ਼ਾਬ is just because of H positive ion. English medium, your question is why does dry HCl gas do not change the color of the dry litmus paper? Because dry HCl gas does not give hydrogen ion without water, hence it does not act as an acid. ਜਿਹੜੀ ਡਰਾਈ HCl ਗੈਸ ਹੈ ਉਹ ਡਜ਼ ਨਾਟ ਗਿਵ ਹਾਈਡਰੋਜਨ ਆਇਨ, ਉਹ ਹਾਈਡਰੋਜਨ ਆਇਨ ਨਹੀਂ ਦਿੰਦੀ, ਇਸ ਲਈ ਉਹ ਐਸਿਡ ਨਹੀਂ ਐਕਟ ਕਰਦੀ। ਠੀਕ ਹੈ ਜੀ। ਜਦੋਂ ਆਪਾਂ ਇਹਨੂੰ ਪਾਣੀ 'ਚ ਘੋਲਦੇ ਹਾਂ, ਆਇਨਸ 'ਚ ਬ੍ਰੇਕ ਹੋ ਜਾਂਦੀ ਹੈ, ਤਾਂ ਉਦੋਂ ਇਹ ਮਤਲਬ ਐਕਟ ਕਰਦੀ ਹੈ। ਇਟ ਡਜ਼ ਨਾਟ ਐਕਟ ਐਜ਼ ਐਸਿਡ। ਅਦਰਵਾਈਜ਼ ਜੇ ਤੁਸੀਂ ਇਹਨੂੰ ਪਾਣੀ 'ਚ ਘੋਲ ਕੇ ਰਹੋਗੇ ਤਾਂ ਇਟ ਐਕਟ ਐਜ਼ ਐਸਿਡ। ਚਲੋ ਜੀ ਸੈਕਿੰਡ ਕੁਐਸਚਨ ਦੀ ਡਿਸਕਸ਼ਨ ਕਰਾਂਗੇ। ਸੈਕਿੰਡ ਕੁਐਸਚਨ ਹੈ ਤੇਜ਼ਾਬ ਨੂੰ ਹਲਕਾ ਕਰਦੇ ਸਮੇਂ ਇਹ ਕਿਉਂ ਸਲਾਹ ਦਿੱਤੀ ਜਾਂਦੀ ਹੈ ਕਿ ਤੇਜ਼ਾਬ ਨੂੰ ਪਾਣੀ ਵਿੱਚ ਪਾਉਣਾ ਚਾਹੀਦਾ ਹੈ, ਨਾ ਕਿ ਪਾਣੀ ਨੂੰ ਤੇਜ਼ਾਬ ਵਿੱਚ? ਬੇਟਾ ਜੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਪਾਸ ਦੇ ਪੁਆਇੰਟ ਆਫ ਵਿਊ ਨਾਲ ਵੀ ਜਦੋਂ ਮੈਂ ਇਹ ਕੁਐਸਚਨ ਡਿਸਕਸ ਕੀਤੇ ਸੀ ਉਹ 'ਚ ਵੀ ਤੁਹਾਨੂੰ ਇਹ ਕੁਐਸਚਨ ਪੁੱਛਿਆ ਗਿਆ ਸੀ ਕਿ ਤੇਜ਼ਾਬ ਨੂੰ ਹਲਕਾ ਕਰਦੇ ਸਮੇਂ ਇਹ ਕਿਉਂ ਸਲਾਹ ਦਿੱਤੀ ਜਾਂਦੀ ਹੈ ਕਿ ਤੇਜ਼ਾਬ ਨੂੰ ਪਾਣੀ ਵਿੱਚ ਪਾਉਣਾ ਚਾਹੀਦਾ ਹੈ, ਨਾ ਕਿ ਪਾਣੀ ਨੂੰ ਤੇਜ਼ਾਬ ਵਿੱਚ? ਬੇਟਾ ਜੀ ਪਾਣੀ ਵਿੱਚ ਤੇਜ਼ਾਬ ਨੂੰ ਘੋਲਣ ਦੀ ਕਿਰਿਆ ਬਹੁਤ ਜ਼ਿਆਦਾ ਤਾਪ ਨਿਕਾਸੀ ਹੈ, ਬਹੁਤ ਜ਼ਿਆਦਾ ਤਾਪ ਨਿਕਲਦਾ ਹੈ, ਇਸ ਲਈ ਤੇਜ਼ਾਬ ਨੂੰ ਪਾਣੀ ਵਿੱਚ ਹਿਲਾਉਂਦੇ ਹੋਏ ਹੌਲੀ ਹੌਲੀ ਘੋਲਿਆ ਜਾਂਦਾ ਹੈ। ਜਦੋਂ ਤੁਸੀਂ ਮਤਲਬ ਤੇਜ਼ਾਬ ਨੂੰ ਜਿਹੜਾ ਹੈ ਪਾਣੀ ਵਿੱਚ ਹਿਲਾਉਂਦੇ ਹੌਲੀ ਹੌਲੀ ਘੋਲਦੇ ਹੋ ਤਾਂ ਪਾਣੀ ਤਾਪ ਊਰਜਾ ਨੂੰ ਸੋਖ ਲੈਂਦਾ ਹੈ। ਜਿਹੜੀ ਊਰਜਾ, ਜਿਹੜੀ ਇੱਥੇ ਹੀਟ ਨਿਕਲੀ, ਜਿਹੜੀ ਇੱਥੇ ਊਰਜਾ ਨਿਕਲੀ, ਉਹਨੂੰ ਪਾਣੀ ਕੀ ਕਰਦਾ ਹੈ? ਸੋਖ ਲੈਂਦਾ ਹੈ। ਜੇਕਰ ਅਸੀਂ ਪਾਣੀ ਨੂੰ ਤੇਜ਼ਾਬ ਵਿੱਚ ਪਾਵਾਂਗੇ ਤਾਂ ਵੱਧ ਤਾਪ ਊਰਜਾ ਕਾਰਨ ਮਿਸ਼ਰਣ ਦੇ ਛਿੱਟੇ ਜਿਹੜੇ ਹੈ ਉਹ ਬਾਹਰ ਆ ਜਾਣਗੇ, ਔਰ ਉਹਦੇ ਨਾਲ ਤੁਹਾਡੇ ਜਿਹੜੇ ਮੂੰਹ ਤੇ ਉਹ ਛਿੱਟੇ ਪੈ ਸਕਦੇ ਆ, ਜਿਨ੍ਹਾਂ ਬਰਤਨ ਵੀ ਟੁੱਟ ਸਕਦਾ ਹੈ ਔਰ ਤੁਹਾਨੂੰ ਵੀ ਜਾਨ ਨੂੰ ਵੀ ਹਾਨੀ ਹੋ ਸਕਦੀ ਹੈ। ਇਸ ਲਈ ਤੇਜ਼ਾਬ ਨੂੰ ਹਲਕਾ ਕਰਦੇ ਸਮੇਂ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਤੇਜ਼ਾਬ ਨੂੰ ਪਾਣੀ ਵਿੱਚ ਪਾਉਣਾ ਹੈ, ਯਾਨੀ ਪਾਣੀ ਥੱਲੇ ਹੋਏਗਾ ਔਰ ਤੁਸੀਂ ਹੌਲੀ ਹੌਲੀ ਕੀ ਕਰਨਾ ਜੀ? ਤੇਜ਼ਾਬ ਨੂੰ ਪਾਉਣਾ, ਤਾਂ ਕਿ ਜਿਹੜੀ ਤੁਹਾਡੀ ਹੀਟ એનર્ਜੀ ਹੈ, ਜਿਹੜਾ ਤੁਹਾਡਾ ਤਾਪ ਹੈ, ਉਹ ਨਿਕਲੇ ਤੇ ਹੌਲੀ ਹੌਲੀ ਪਾਣੀ ਉਸ ਤਾਪ ਨੂੰ ਸੋਖ ਲਏ। ਇੰਗਲਿਸ਼ ਮੀਡੀਅਮ for you the question is while diluting an acid, why it is recommended that the acid should be added to water and not water to the acid? कि ਮਤਲਬ ਜਦੋਂ ਤੁਸੀਂ ਐਸਿਡ ਨੂੰ ਪਤਲਾ ਕਰਨਾ ਹੈ, ਵਾਈ ਇਟ ਸ਼ੁੱਡ ਬੀ ਰਿਕਮੈਂਡਡ, ਇਹ ਕਿਉਂ ਰਿਕਮੈਂਡ ਹੁੰਦਾ ਕਿ ਐਸਿਡ ਸ਼ੁੱਡ ਬੀ ਐਡਡ ਟੂ ਵਾਟਰ? ਸਿੰਸ ਦਾ ਬੇਟਾ ਪ੍ਰੋਸੈਸ ਆਫ ਡਿਜ਼ੋਲਵਿੰਗ ਐਨ ਐਸਿਡ ਇਨ ਵਾਟਰ ਇਜ਼ ਹਾਈਲੀ ਐਗਜ਼ੋਥਰਮਿਕ, ਬਹੁਤ ਜ਼ਿਆਦਾ ਐਗਜ਼ੋਥਰਮਿਕ ਹੈ। ਇਟ ਇਜ਼ ਆਲਵੇਜ਼ ਰਿਕਮੈਂਡਡ that acid should be added to the water so that water absorb the energy liberate। ਜਿਹੜੀ એનર્ਜੀ ਲਿਬਰੇਟ ਹੁੰਦੀ ਹੈ, ਜਿਹੜੀ ਊਰਜਾ ਲਿਬਰੇਟ ਹੁੰਦੀ ਹੈ, ਉਹਨੂੰ ਵਾਟਰ ਕੀ ਕਰ ਲੇ? observe ਕਰ ਲੇ। if it is done in other way then the mixture can splash and the glass container can break। ਜਿਹੜਾ splash ਬਾਹਰ ਤੁਹਾਡੇ ਮੂੰਹ ਤੇ ਵੀ ਪੈ ਸਕਦਾ ਹੈ ਔਰ ਜਿਹੜਾ ਗੈਸ ਕੰਟੇਨਰ ਹੈ ਉਹ ਬ੍ਰੇਕ ਕਰ ਸਕਦਾ ਹੈ। now the third question is ਤੇਜ਼ਾਬ ਨੂੰ ਪਤਲਾ ਕਰਦੇ ਸਮੇਂ ਹਾਈਡਰੋਨੀਅਮ ਆਇਨਾਂ ਦੀ ਸੰਘਣਤਾ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ? ਜਿੱਦਾਂ ਤੁਸੀਂ ਤੇਜ਼ਾਬ ਨੂੰ ਪਤਲਾ ਕਰਨਾ ਹੈ ਤਾਂ ਜਿਹੜੀ ਹਾਈਡਰੋਨੀਅਮ ਆਇਨਾਂ ਦੀ ਸੰਘਣਤਾ ਹੈ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ? ਬੇਟਾ ਜੀ ਜਦੋਂ ਤੁਸੀਂ ਪਾਣੀ, ਓਬਵੀਅਸ ਹੈ ਤੇਜ਼ਾਬ ਨੂੰ ਪਤਲਾ ਕਰਨਾ ਹੈ ਤਾਂ ਉਹਦੇ ਵਿੱਚ ਕੀ ਮਿਲਾਓਗੇ? ਪਾਣੀ। ਠੀਕ ਹੈ ਜੀ। ਹੁਣ ਪਾਣੀ ਵਿੱਚ ਤੇਜ਼ਾਬ ਜਾਂ ਖਾਰ ਮਿਲਾਉਣ ਨਾਲ ਆਇਨਾਂ ਦਾ ਜਿਹੜਾ ਗਾੜਾਪਨ ਹੈ ਉਸ ਵਿੱਚ ਪ੍ਰਤੀ ਇਕਾਈ ਆਇਤਨ ਵਿੱਚ ਕਮੀ ਹੋ ਜਾਂਦੀ ਹੈ। ਪ੍ਰਤੀ ਇਕਾਈ ਆਇਤਨ ਵਿੱਚ ਕੀ ਹੋ ਜਾਂਦੀ ਹੈ ਜੀ? ਕਮੀ ਹੋ ਜਾਂਦੀ ਹੈ। ਇੱਥੇ ਲਿਖਿਆ ਵੀ ਹੋਇਆ ਹੈ
ਆਇਨਾਂ ਦੀ ਸੰਘਨਤਾ ਵਿੱਚ ਤੇਜ਼ਾਬ ਨੂੰ ਪਤਲਾ ਕਰਦੇ ਸਮੇਂ ਹਾਈਡਰੋਨੀਅਮ ਆਇਨਾਂ ਦੀ ਸੰਘਨਤਾ ਇਕਾਈ ਆਇਤਨ ਵਿੱਚ ਘਟ ਜਾਂਦੀ ਹੈ। ਬੇਟਾ ਜੀ ਕਿਉਂ? ਜਦੋਂ ਹੁਣ ਤੁਸੀਂ ਉਹਨੂੰ ਪਤਲਾ ਕਰਨਾ ਹੈ ਤੇ ਓਬਵੀਅਸ ਹੈ ਪਾਣੀ ਦੀ ਜਿਹੜੀ ਇਹਦੀ ਘਣਤਾ ਹੈ ਉਹ ਘਟ ਜਾਏਗੀ। ਪਰ ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਆ? ਇਸ ਪ੍ਰਕਿਰਿਆ ਨੂੰ ਅਸੀਂ ਡਿਲੂਸ਼ਨ ਕਹਿੰਦੇ ਆ। ਇਸ ਪ੍ਰਕਿਰਿਆ ਨੂੰ ਅਸੀਂ ਕੀ ਕਹਿੰਦੇ ਆ ਜੀ? ਡਿਲੂਸ਼ਨ। ਇਸ ਪ੍ਰਕਿਰਿਆ ਨੂੰ ਅਸੀਂ ਡਿਲੂਸ਼ਨ ਕਹਿੰਦੇ ਆ। ਔਰ ਇਸ ਨਾਲ ਤੇਜ਼ਾਬ ਅਤੇ ਖਾਰ ਜਿਹੜੇ ਹੈ ਡਿਲੂਟਡ ਹੋ ਜਾਂਦੇ ਆ ਜਾਂ ਕੀ ਹੋ ਜਾਂਦੇ? ਪਤਲੇ ਹੋ ਜਾਂਦੇ ਆ। ਮਤਲਬ ਜਦੋਂ ਇਹ ਪ੍ਰਕਿਰਿਆ ਹੋਏਗੀ ਜਿਹਦੇ ਨਾਲ ਜਿਹੜਾ ਤੁਹਾਡਾ ਹਾਈਡਰੋਨੀਅਮ ਆਇਨ ਦੀ ਜਿਹੜੀ ਸੰਘਨਤਾ ਆਇਤਨ ਇਕਾਈ ਵਿੱਚ ਘਟ ਜਾਏਗੀ, ਇਸ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਆ? ਡਿਲੂਸ਼ਨ। ਠੀਕ ਹੈ ਡੀਅਰ ਸਟੂਡੈਂਟਸ, ਚਲੋ ਜੀ ਅੱਗੇ ਗੱਲ ਕਰਦੇ ਹਾਂ। ਦੂਜੀ ਜਿਹੜੀ ਥਰਡ ਕੁਐਸਚਨ ਦਿੱਤਾ ਹੋਇਆ, ਹਾਊ ਇਜ਼ ਦ ਕੰਸਨਟ੍ਰੇਸ਼ਨ ਆਫ ਹਾਈਡਰੋਨੀਅਮ ਆਇਨ ਅਫੈਕਟਡ ਵੈਨ ਅ ਸੋਲਿਊਸ਼ਨ ਆਫ ਐਨ ਐਸਿਡ ਇਜ਼ ਡਿਲੂਟਡ? ਦ ਕੰਸਨਟ੍ਰੇਸ਼ਨ ਆਫ ਹਾਈਡਰੋਨੀਅਮ ਆਇਨ ਡਿਕਰੀਜ਼ਸ ਪਰ ਯੂਨਿਟ ਵੋਲਿਊਮ ਐਂਡ ਵੈਨ ਦ ਸੋਲਿਊਸ਼ਨ ਆਫ ਐਸਿਡ ਇਜ਼ ਡਿਲੂਟਡ। ਇਸ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਆ? ਡਿਲੂਟਡ। ਔਰ ਇਹਦੇ ਨਾਲ ਜਿਹੜਾ ਤੇਜ਼ਾਬ ਦੇ ਖਾਰ ਜਿਹੜਾ ਹੈ ਪਤਲਾ ਹੋ ਜਾਂਦਾ ਹੈ। ਠੀਕ ਹੈ ਜੀ, ਡਿਲੂਸ਼ਨ ਇਸ ਨੂੰ ਆਪਾਂ ਕਹਿੰਦੇ ਹਾਂ। ਚਲੋ ਜੀ ਅੱਗੇ ਗੱਲ ਕਰਦੀ ਹਾਂ ਤੁਹਾਡੇ ਨਾਲ ਫੋਰਥ ਕੁਐਸਚਨ ਦੀ। ਸੋਡੀਅਮ ਹਾਈਡਰੋਕਸਾਈਡ ਘੋਲ ਵਿੱਚ ਹਾਈਡਰੋਕਸਾਈਡ ਆਇਨਾਂ ਦੀ ਸੰਘਨਤਾ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਜਦੋਂ ਘੋਲ ਵਿੱਚ ਵਧੇਰੇ ਮਾਤਰਾ ਵਿੱਚ ਖਾਰ ਘੋਲਿਆ ਜਾਂਦਾ ਹੈ? ਹੁਣ ਜੀ ਆਪਾਂ ਪਹਿਲੇ ਗੱਲ ਕੀਤੀ ਸੀ ਹਾਈਡਰੋਨੀਅਮ ਆਇਨ ਦੀ, ਆਪਾਂ ਵਧਾ ਦਿੱਤੀ। ਹੁਣ ਆਪਾਂ ਸੋਡੀਅਮ ਹਾਈਡਰੋਕਸਾਈਡ ਦੇ ਘੋਲ ਦੇ ਵਿੱਚ ਹੀ ਹਾਈਡਰੋਕਸਾਈਡ ਆਇਨ ਦੀ ਘੋਲਣਾ। ਬੇਟਾ ਜੀ ਤੁਹਾਨੂੰ ਪਤਾ ਕਿ ਜੇ ਸੋਡੀਅਮ ਹਾਈਡਰੋਕਸਾਈਡ ਘੋਲ ਬ੍ਰੇਕ ਕਰਦਾ, ਦੇਰ ਇਜ਼ ਅ ਫਾਰਮੇਸ਼ਨ ਆਫ ਸੋਡੀਅਮ ਪਲੱਸ ਹਾਈਡਰੋਕਸਾਈਡ ਆਇਨ। ਔਰ ਜਦੋਂ ਤੁਸੀਂ ਹਾਈਡਰੋਕਸਾਈਡ ਦੀ ਸੰਘਨਤਾ ਨੂੰ ਪ੍ਰਭਾਵਿਤ ਕਰ ਦਿੰਦੇ ਹੋ ਤਾਂ ਫਿਰ ਕੀ ਹੋਏਗਾ? ਵਧੇਰੇ ਮਾਤਰਾ ਵਿੱਚ ਖਾਰ ਘੋਲਿਆ ਜਾਂਦਾ ਹੈ। ਵਧੇਰੇ ਮਾਤਰਾ ਵਿੱਚ ਖਾਰ ਘੋਲਣ ਦੇ ਨਾਲ ਖਾਰ ਤੁਹਾਨੂੰ ਬੇਸਿਕਲੀ ਕੀ ਦਿੰਦਾ ਹੈ? ਖਾਰ OH ਨੈਗੇਟਿਵ ਆਇਨ ਦਿੰਦਾ ਹੈ। ਜਿਹੜੇ ਸੋਡੀਅਮ ਹਾਈਡਰੋਕਸਾਈਡ ਦਾ ਘੋਲ ਹੈ, ਹਾਈਡਰੋਕਸਾਈਡ ਆਇਨਾਂ ਦੀ ਸੰਘਨਤਾ ਜਿਹੜੀ ਹੈ ਉਹ ਵੱਧ ਜਾਏਗੀ। ਜਿਹੜੇ ਆਹ ਵਾਲੇ ਹਾਈਡਰੋਕਸਾਈਡ ਆਇਨ ਹੈ ਉਹਨਾਂ ਦੀ ਸੰਘਨਤਾ ਸੋਡੀਅਮ ਹਾਈਡਰੋਕਸਾਈਡ ਦੇ ਵਿੱਚ ਵੱਧ ਜਾਏਗੀ। English medium students, how is the concentration of hydroxide ion affected when excess base is dissolved in the solution of sodium hydroxide? The concentration of hydroxide ion increases when excess base is dissolved in the solution of sodium ਹਾਈਡਰੋਕਸਾਈਡ। ਓਬਵੀਅਸ ਹੈ ਕਿ ਜਿਹੜਾ ਬੇਸ ਹੈ ਉਹ ਤੁਹਾਨੂੰ OH ਨੈਗੇਟਿਵ ਦੇਗਾ ਔਰ ਉਹਦੇ ਕਰਕੇ ਜਿਹੜੀ ਹਾਈਡਰੋਕਸਾਈਡ ਆਇਨ ਦੀ ਕੰਸਨਟ੍ਰੇਸ਼ਨ ਹੈ ਉਹ ਕੀ ਕਰ ਜਾਏਗੀ? ਵੱਧ ਜਾਏਗੀ। Let us discuss the fifth question. ਹਾਈਡਰੋਜਨ ਆਇਨ ਦੀ ਸੰਘਨਤਾ ਦੀ ਘੋਲ ਦੀ ਪ੍ਰਕਿਰਤੀ ਉੱਤੇ ਕੀ ਪ੍ਰਭਾਵ ਪੈਂਦਾ ਹੈ? ਕਿਸੇ ਘੋਲ ਵਿੱਚ ਹਾਈਡਰੋਜਨ ਆਇਨ ਦੀ ਸੰਘਨਤਾ ਵਧਣ ਨਾਲ ਘੋਲ ਦਾ ਕੀ ਵਧੇਗਾ ਜੀ? ਤੇਜ਼ਾਬੀਪਨ। ਓਬਵੀਅਸ ਹੈ ਜਦੋਂ ਤੁਸੀਂ OH ਨੈਗੇਟਿਵ ਕਰੋਗੇ ਤਾਂ ਉਹਦਾ ਖਾਰੀਪਨ ਵਧੇਗਾ, ਪਰ ਜਦੋਂ ਤੁਸੀਂ H ਪੋਜ਼ਿਟਿਵ ਘੋਲ ਚ ਪਾਓਗੇ ਤਾਂ ਉਹਦਾ ਕੀ ਵਧੇਗਾ? ਤੇਜ਼ਾਬੀਪਨ ਵੱਧਦਾ ਹੈ। ਅਤੇ ਹਾਈਡਰੋਜਨ ਆਇਨਾਂ ਦੀ ਸੰਘਨਤਾ ਘਟਣ ਦੇ ਨਾਲ ਘੋਲ ਦਾ ਜਿਹੜਾ ਖਾਰੀਪਨ ਹੈ ਉਹ ਵੱਧਦਾ ਹੈ। ਕਿਸੇ ਘੋਲ ਵਿੱਚ ਹਾਈਡਰੋਜਨ ਆਇਨ ਦੀ ਸੰਘਨਤਾ ਵਧਣ ਨਾਲ ਘੋਲ ਦਾ ਤੇਜ਼ਾਬੀਪਨ ਵੱਧਦਾ। ਹੁਣ ਇੱਥੇ ਤੁਹਾਨੂੰ ਕੀ ਕਿਹਾ ਜੀ? ਹਾਈਡਰੋਜਨ ਆਇਨ ਦੀ ਸੰਘਨਤਾ ਘੋਲ ਦੀ ਪ੍ਰਕਿਰਤੀ ਉੱਤੇ। ਪਰ ਜੇ ਹਾਈਡਰੋਜਨ ਆਇਨ ਦੀ ਸੰਘਨਤਾ ਘਟਦੀ ਹੈ ਤਾਂ ਘੋਲ ਦਾ ਕੀ ਵੱਧਦਾ ਜੀ? ਘੋਲ ਦਾ ਖਾਰੀਪਨ ਵੱਧਦਾ। ਸਿੰਪਲ ਜੀ ਗੱਲ ਹੈ ਬੇਟਾ ਜੀ। ਜੇ H ਪੋਜ਼ਿਟਿਵ ਜ਼ਿਆਦਾ ਹੈ ਤੇ ਘੋਲ ਕੀ ਹੈ ਜੀ? ਤੇਜ਼ਾਬੀ। ਜੇ OH ਨੈਗੇਟਿਵ ਹੈ ਤਾਂ ਘੋਲ ਕੀ ਹੈ? ਖਾਰੀ। ਠੀਕ ਹੈ, ਚਲੋ ਅੱਗੇ ਗੱਲ ਕਰਾਂਗੇ ਫਿਫਥ ਕੁਐਸਚਨ ਦੀ, that is what effect does the concentration of hydrogen ion have on the nature of solution? With an increase in the concentration of hydrogen ion the solution become more acidic। बहुत acidic है। while an decrease in concentration of hydrogen ion cause an increase in the basicity of the solution। मतलब जे while and decrease in concentration of hydrogen ion, जे hydrogen ion की concentration decrease होती है, it cause an increase in the basicity of the solution। ठीक है, ये ਤੁਹਾਡੇ ਅੱਜ ਦੇ 5 ਕੁਐਸਚਨ ਸੀ ਬੇਟਾ ਜੀ। ਜ਼ਿਆਦਾਤਰ ਜਿਹੜੇ ਕੁਐਸਚਨ ਸੀ ਇਹ ਤੁਹਾਨੂੰ ਇਸ ਬੇਸ ਤੇ ਸੀ ਕਿ ਕੀ H ਪੋਜ਼ਿਟਿਵ ਇਜ਼ ਰਿਸਪੋਂਸਿਬਲ ਫॉर द ਐਸਿਡਿਟੀ ਤੇ ਜਿਹੜੀ OH ਨੈਗੇਟਿਵ ਹੈ that is responsible for the basicity। ਕਿ ਜੇ ਆਪਾਂ ਖਾਰ ਪਾਵਾਂਗੇ ਤਾਂ ਖਾਰ OH ਨੈਗੇਟਿਵ ਆਇਨਸ ਦੇਗਾ, ਜੇ ਆਪਾਂ ਐਸਿਡ ਪਾਵਾਂਗੇ ਤਾਂ H ਪੋਜ਼ਿਟਿਵ ਆਇਨ ਦੇਗਾ। ਸੋ ਥੀਸ ਥਿੰਗਸ ਆਰ ਵੈਰੀ ਇੰਪੋਰਟੈਂਟ। ਠੀਕ ਹੈ ਨਾ, ਤੇ ਇਹਨਾਂ ਨੂੰ ਹੀ ਤੁਸੀਂ ਐਕਸਪਲੇਨ ਕਰਨਾ, ਇਹਨਾਂ ਦੇ ਹੀ ਜਿਹੜੇ ਤੁਸੀਂ ਕੁਐਸਚਨ ਕਰਨੇ ਆ। ਅਸਾਈਨਮੈਂਟ 142 ਅੱਜ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਹੈ। ਸੋ ਬੇਟਾ ਜੀ ਪਲੀਜ਼ ਇਹਨੂੰ ਧਿਆਨ ਨਾ ਕਰੋ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ ਡੀਅਰ ਸਟੂਡੈਂਟਸ।